ਸੋ ਹੈਲੋ एवरीवन, आई होप कि ਤੁਸੀਂ ਸਾਰੇ ਠੀਕ ਹੋਵੋਗੇ। ਸੋ ਅੱਜ ਅਸੀਂ ਗੱਲ ਕਰਦੇ ਪਏ ਸੀਗੇ ਮਿਸਲਾਂ ਵਾਲੇ ਚੈਪਟਰ ਦੀ ਕੀ, ਜੋ ਕਿ ਹਿਸਟਰੀ ਦਾ ਸਾਡਾ ਚੈਪਟਰ ਹੈ, 15 ਚੈਪਟਰ ਹੈ। ਸੋ ਸਾਰੀਆਂ ਉਸ ਤੋਂ ਪਹਿਲਾਂ ਆਪਾਂ ਜੋ ਇਹ ਮਿਸਲ ਕਿਵੇਂ ਬਣੀਆਂ ਉਹ ਸਾਰੀ ਆਪਾਂ ਡਿਟੇਲ ਜਿਹੜੀ ਮੇਰੀ ਤੁਸੀਂ ਪ੍ਰੀਵੀਅਸ ਵੀਡੀਓ ਚੈੱਕ ਕਰ ਸਕਦੇ ਹੋ। ਹੁਣ ਅਸੀਂ ਅੱਗੇ ਵਧਦੇ ਹੋਏ ਜੋ ਨੈਕਸਟ ਮਿਸਲ ਆ ਉਹਦੇ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਸੋ ਰਾਮਗੜੀਆ ਮਿਸਲ ਹੈ, ਉਸ ਤੋਂ ਪਹਿਲਾਂ ਅਸੀਂ ਸਾਰੀ ਮਿਸਲਾਂ ਦੀ ਗੱਲ ਕਰ ਚੁੱਕੇ ਹਾਂ। ਤੁਸੀਂ ਚਾਹੋ तो प्रीवियस वीडियो चैक कर सकते हो इस आ वाले लैक्चर ਨੂੰ ਚੰਗੀ ਤਰ੍ਹਾਂ ਸਮਝਣ ਲਈ, ठीक है। सो रामगढ़िया मिसल ਦਾ ਸੰਸਥਾਪਕ ਖੁਸ਼ਹਾਲ ਸਿੰਘ ਸੀਗੇ, ਜੋ ਕਿ ਗੁੱਗਾ ਨਾਮ ਦੇ ਪਿੰਡ ਤੋਂ ਨਿਵਾਸੀ ਸੀਗੇ, ਠੀਕ ਹੈ। ਸੋ ਖੁਸ਼ਹਾਲ ਸਿੰਘ ਜੋ ਸੀਗੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਦੇ ਹੱਥੋਂ ਅੰਮ੍ਰਿਤਪਾਨ ਕੀਤਾ ਹੋਇਆ ਸੀ। ਉਹਨਾਂ ਨੇ ਕਾਫੀ ਸਾਰੇ ਸੈਨਿਕ ਜੱਥਿਆਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੋਇਆ ਸੀ, ਠੀਕ ਹੈ। ਇਹਨਾਂ ਦੇ ਇਸ ਮਿਸਲ ਦੇ ਪ੍ਰਸਿੱਧ ਨੇਤਾ ਕੌਣ ਸੀਗੇ? ਜੱਸਾ ਸਿੰਘ ਅਤੇ ਰਾਮਗੜੀਆ। ਹੋਰ ਨੇਤਾ ਕੌਣ ਸੀਗੇ? ਨੰਦ ਸਿੰਘ, ਜੱਸਾ ਸਿੰਘ, ਰਾਮਗੜੀਆ ਅਤੇ ਜੋਧ ਸਿੰਘ। ਰਾਜਧਾਨੀ ਹਰਗੋਬਿੰਦਪੁਰ, ਅਧੀਨ ਖੇਤਰ ਹਰਗੋਬਿੰਦਪੁਰ, ਬਟਾਲਾ, ਕਾਦੀਆਂ, ਕਲਾਨੌਰ ਅਤੇ ਦੀਨਾਨਗਰ। ਕਨ੍ਹਈਆ ਮਿਸਲ ਜੋ ਸੀਗੀ, ਇਸ ਮਿਸਲ ਦਾ ਸੰਸਥਾਪਕ ਜੈ ਸਿੰਘ ਕਨ੍ਹਈਆ ਸੀਗਾ ਅਤੇ ਉਹ ਕਾਨਾ ਨਾਮ ਦੇ ਪਿੰਡ ਤੋਂ ਰਿਲੇਟ ਕਰਦਾ ਸੀਗਾ, ਠੀਕ ਹੈ। ਸੋ ਇਸ ਕਰਕੇ ਇਹਨਾਂ ਦੇ ਪੂਰਵਜ ਤੋਂ ਮਤਲਬ ਕਿ ਇਹਨਾਂ ਦੇ ਕਾਨਾ ਨਾਮ ਦੇ ਪਿੰਡ ਤੋਂ ਰਿਲੇਸ਼ਨ ਹੋਣ ਕਰਕੇ ਇਸ ਮਿਸਲ ਦਾ ਨਾਮ ਕਨ੍ਹਈਆ ਮਿਸਲ ਪੈ ਗਿਆ, ਠੀਕ ਹੈ। ਸੋ ਇਸ ਮਿਸਲ ਦਾ ਹੋਰ ਪ੍ਰਸਿੱਧ ਨੇਤਾ ਸਦਾ ਕੌਰ ਸੀਗੀ। ਸੋ ਇਸ ਮਿਸਲ ਬਾਰੇ ਸਾਨੂੰ ਥੋੜ੍ਹਾ ਜਿਹਾ ਡਿਟੇਲ ਵਿੱਚ ਜਾਣ ਲੈਣਾ ਜ਼ਰੂਰੀ ਹੈ ਕਿ ਸਦਾ ਕੌਰ ਕੌਣ ਸੀਗੀ, ਠੀਕ ਹੈ। ਸਦਾ ਕੌਰ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀਗੀ। ਸੋ ਇਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਕਿਵੇਂ ਸੀਗੀ, ਥੋੜ੍ਹਾ ਜਿਹਾ ਆਪਾਂ ਜੈ ਸਿੰਘ ਦੀ ਥੋੜ੍ਹੀ ਜਿਹੀ ਉਹਨਾਂ ਦੇ ਜੀਵਨ ਬਾਰੇ ਜਾਣ ਲਈਏ। ਜੈ ਸਿੰਘ ਕਨ੍ਹਈਆ ਨੇ ਮੁਗਲਾਂ ਦੇ ਨਾਲ ਅਤੇ ਪਹਾੜੀ ਰਾਜਾਵਾਂ ਦੇ ਨਾਲ ਕਾਫੀ ਸਾਰੇ ਯੁੱਧ ਕੀਤੇ ਸੀਗੇ, ਠੀਕ ਹੈ। ਉਸ ਟਾਈਮ 'ਤੇ ਸਿੱਖ ਮਿਸਲਾਂ ਜੋ ਸੀਗੀਆਂ ਪਹਿਲੇ 65 ਜੱਥਿਆਂ ਵਿੱਚ, ਉਸ ਤੋਂ ਬਾਅਦ ਉਹ 12 ਕੁ ਜੱਥਿਆਂ ਦੇ ਵਿੱਚ ਕਨਵਰਟ ਹੋਈਆਂ ਇੱਕ ਦਲ ਖਾਲਸਾ ਦੇ ਰੂਪ ਦੇ ਵਿੱਚ। ਉਸ ਤੋਂ ਪਹਿਲਾਂ ਉਹ ਅਲੱਗ-ਅਲੱਗ ਮਿਸਲਾਂ ਦੇ ਰੂਪ ਵਿੱਚ ਉੱਭਰ ਕੇ ਆਈਆਂ ਸੀਗੀਆਂ, ਠੀਕ ਹੈ। ਹਰ ਇੱਕ ਜੱਥਿਆਂ ਦਾ ਇੱਕ ਆਪਣਾ ਸੈਨਿਕ ਜੱਥਾ ਹੁੰਦਾ ਸੀਗਾ, ਨੇਤਾ ਹੁੰਦਾ ਸੀਗਾ, ਠੀਕ ਹੈ। ਅਤੇ ਉਹ ਇੱਕ ਦੂਜੇ ਨੂੰ ਮਤਲਬ ਦਬਾਉਣ ਦੇ ਵਿੱਚ ਕਿ ਅਗਰ ਇਸ ਵਾਲੀ ਮਿਸਲ ਨੂੰ ਆਪਾਂ ਹਰਾ ਦਾਂਗੇ ਅਤੇ ਸਾਡੇ ਵੱਲ ਆ ਜਾਏਗੀ, ਸਾਡੀ ਸ਼ਕਤੀ ਵੱਧ ਜਾਏਗੀ। ਇੱਦਾਂ ਮਤਲਬ ਉਸ ਟਾਈਮ ਸਮੇਂ 'ਤੇ ਚੱਲ ਰਿਹਾ ਸੀਗਾ, ਜੋ ਕਿ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਮਿਸਲਾਂ ਵਾਲਾ ਜੋ ਹੈ ਇਸ ਮਿਸਲਾਂ ਨੂੰ ਖ਼ਤਮ ਕਰ ਦਿੱਤਾ ਸੀਗਾ। ਸੋ ਅਸੀਂ ਨੈਕਸਟ ਚੈਪਟਰ ਵਿੱਚ ਪੜ੍ਹਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਸਦਾ ਕੌਰ ਬਾਰੇ। ਸੋ ਇਸ ਤਰ੍ਹਾਂ ਹੀ ਲੜਾਈ ਦੇ ਵਿੱਚ ਜੈ ਸਿੰਘ ਕਨ੍ਹਈਆ ਦਾ ਇਕਲੌਤਾ ਪੁੱਤਰ ਜੋ ਹੁੰਦਾ ਹੈ ਗੁਰਬਖਸ਼ ਸਿੰਘ, ਠੀਕ ਹੈ, ਉਹ ਮਾਰਿਆ ਜਾਂਦਾ ਹੈ। ਅਤੇ ਜੋ ਸ਼ੁਕਰ ਚੱਕਿਆ ਮਿਸਲ ਦਾ ਮਹਾਨ ਨੇਤਾ ਨੇ ਮਹਾ ਸਿੰਘ ਨੇ ਜੈ ਸਿੰਘ ਕਨ੍ਹਈਆ ਦੇ ਨਾਲ ਸਮਝੌਤਾ ਕਰ ਲਿਆ ਅਤੇ ਉਸਨੇ ਆਪਣੀ ਪੁੱਤਰੀ ਮਹਿਤਾਬ ਕੌਰ, ਠੀਕ ਹੈ, ਮਹਿਤਾਬ ਕੌਰ ਕਿਸ ਦੀ ਕੁੜੀ ਸੀਗੀ? ਗੁਰਬਖਸ਼ ਸਿੰਘ ਦੀ। ਅਤੇ ਜੈ ਸਿੰਘ ਕਨ੍ਹਈਆ ਦੀ ਉਹ ਕੀ ਲੱਗੀ? ਉਹ ਉਹਨਾਂ ਦੀ ਪੋਤਰੀ ਲੱਗੀ, ਠੀਕ ਹੈ। ਮਹਿਤਾਬ ਕੌਰ ਦਾ ਵਿਆਹ ਮਹਾ ਸਿੰਘ ਨੇ ਆਪਣੇ ਲੜਕੇ ਰਣਜੀਤ ਸਿੰਘ ਨਾਲ ਕਰ ਦਿੱਤਾ ਸੀਗਾ। ਰਣਜੀਤ ਸਿੰਘ ਕੌਣ ਸੀਗੇ? ਜਿਨ੍ਹਾਂ ਨੇ ਇੱਕ ਵਿਸ਼ਾਲ ਮਹਾਨ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ, ਠੀਕ ਹੈ। ਮਹਾ ਸਿੰਘ ਉਹਨਾਂ ਦੇ ਪਿਤਾ ਸੀਗੇ। ਸੋ ਇਸ ਤਰ੍ਹਾਂ ਮਹਿਤਾਬ ਕੌਰ ਅਤੇ ਰਣਜੀਤ ਸਿੰਘ ਦਾ ਵਿਆਹ 1796 ਈਸਵੀ ਦੇ ਵਿੱਚ ਹੋ ਗਿਆ ਅਤੇ ਜੈ ਸਿੰਘ ਕਨ੍ਹਈਆ ਦੀ ਵੀ ਮ੍ਰਿਤਿੂ ਹੋ ਗਈ। ਸੋ ਰਾਣੀ ਸਦਾ ਕੌਰ ਦਾ ਇਹਦੇ ਵਿੱਚ ਕੀ ਰੋਲ ਹੈਗਾ ਵਾ, ਕਿਉਂਕਿ ਜਿਹੜੀ ਰਾਣੀ ਸਦਾ ਕੌਰ ਸੀਗੀ ਉਹ ਗੁਰਬਖਸ਼ ਸਿੰਘ ਦੀ ਪਤਨੀ ਸੀਗੀ। ਗੁਰਬਖਸ਼ ਸਿੰਘ ਉਹ ਸੀਗਾ ਜੋ ਕਿ ਜੈ ਸਿੰਘ ਕਨ੍ਹਈਆ ਦਾ ਬੇਟਾ ਸੀਗਾ, ਠੀਕ ਹੈ। ਸੋ ਰਾਣੀ ਸਦਾ ਕੌਰ ਉਹਦੀ ਕੀ ਲੱਗੀ? ਪੁੱਤਰ ਵਧੂ ਲੱਗੀ, ਯਾਨੀ ਕਿ ਉਹਦੀ ਨੂੰਹ ਸੀਗੀ ਰਾਣੀ ਸਦਾ ਕੌਰ। ਸੋ ਇਸ ਤਰ੍ਹਾਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਲੱਗੀ। ਸੋ ਮਹਾਰਾਣੀ ਸਦਾ ਕੌਰ ਨੇ ਆਪਣੇ ਦਾਮਾਦ ਰਣਜੀਤ ਸਿੰਘ ਦੇ ਨਾਲ ਕਾਫੀ ਸਾਰੀ ਵਿਜਿਆਂ ਦੇ ਉੱਤੇ ਜੋ ਹੈ ਕਾਫੀ ਸਾਰੇ ਪ੍ਰਦੇਸ਼ਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਪਰ ਜਦੋਂ ਅਸੀਂ ਹਿਸਟਰੀ ਅੱਗੇ ਪੜ੍ਹਦੇ ਅੱਗੇ ਚੈਪਟਰਸ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਕਿ ਇਹਨਾਂ ਦੋਨਾਂ ਦੇ ਵਿੱਚ ਕਿਸੇ ਗੱਲ ਤੋਂ ਅਣਬਣ ਹੋ ਜਾਂਦੀ ਹੈ। ਸੋ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਕੈਦ ਕਰਕੇ ਕਨ੍ਹਈਆ ਮਿਸਲ ਦੇ ਅਧਿਕਤਰ ਪ੍ਰਦੇਸ਼ਾਂ ਦੇ ਉੱਤੇ ਆਪਣਾ ਅਧਿਕਾਰ ਕਰਦੇ ਆ। ਸੋ ਅੱਗੇ ਉਹ ਆਪਣਾ ਇੱਕ ਵਿਸ਼ਾਲ ਸਾਮਰਾਜ ਨੂੰ ਸਥਾਪਿਤ ਕਰ ਲੈਂਦੇ ਆ, ਠੀਕ ਹੈ। ਸੋ ਇੰਨਾ ਕੁ ਹੀ ਅਸੀਂ ਇਹਦੇ ਬਾਰੇ ਜਾਣਨਾ ਸੀਗਾ। ਸੋ ਇਹਦੀ ਰਾਜਧਾਨੀ ਸੋਹਿਆ ਸੀਗੀ। ਇਹਦੇ ਅਧੀਨ ਖੇਤਰ ਸੋਹਿਆ, ਗੁਰਦਾਸਪੁਰ, ਪਠਾਨਕੋਟ, ਹਾਂਸੀ, ਹਿਸਾਰ, ਅਜਨਾਲਾ ਅਤੇ ਸੁਜਾਨਪੁਰ ਸੀਗੇ। ਹੁਣ ਅਸੀਂ ਗੱਲ ਕਰਦੇ ਹਾਂ ਸ਼ੁਕਰ ਚੱਕਿਆ ਮਿਸਲ ਬਾਰੇ। ਸ਼ੁਕਰ ਚੱਕਿਆ ਮਿਸਲ ਦੇ ਸੰਸਥਾਪਕ ਮੇਨਲੀ ਚੜ੍ਹਤ ਸਿੰਘ ਨੇ, ਪਰ ਜੋ ਚੜ੍ਹਤ ਸਿੰਘ ਦੇ ਪੂਰਵਜ ਸੀਗੇ ਨੋਦ ਸਿੰਘ ਔਰ ਬੁੱਧ ਸਿੰਘ, ਠੀਕ ਹੈ। ਇੱਥੇ ਸੰਸਥਾਪਕ ਜੋ ਹੈ
ਨੌਦ ਸਿੰਘ ਆ ਰਿਹਾ ਹੈ, ਬਟ ਜਿਹੜੀ ਕਿ ਇਹਨਾਂ ਦੇ ਜੋ ਸੰਸਥਾਪਕ ਸੀਗੇ ਉਹ ਚੜ੍ਹਤ ਸਿੰਘ ਸੀਗੇ, ਜਦਕਿ ਜਿਹੜੇ ਇਹਨਾਂ ਦੇ ਪੂਰਵਜ ਸੀਗੇ ਉਹ ਨੌਦ ਸਿੰਘ ਅਤੇ ਬੁੱਧ ਸਿੰਘ ਸੀਗੇ, ਜੋ ਕਿ ਸ਼ੁਕਰਚਕ ਨਾਮ ਦੇ ਇੱਕ ਪਿੰਡ ਤੋਂ ਉਹਨਾਂ ਦਾ ਰਿਲੇਸ਼ਨ ਸੀਗਾ। ਠੀਕ ਹੈ, ਇਹਦਾ ਪ੍ਰਸਿੱਧ ਨੇਤਾ ਕੌਣ ਸੀਗੇ? ਮਹਾਰਾਜਾ ਰਣਜੀਤ ਸਿੰਘ। ਹੋਰ ਨੇਤਾ ਚੜ੍ਹਤ ਸਿੰਘ ਅਤੇ ਮਹਾ ਸਿੰਘ ਅਤੇ ਰਣਜੀਤ ਸਿੰਘ। ਰਾਜਧਾਨੀ ਗੁਜਰਾਂਵਾਲਾ ਅਤੇ ਅਧੀਨ ਖੇਤਰ ਕਿਹੜੇ ਨੇ? ਗੁਜਰਾਂਵਾਲਾ, ਐਨਾਬਾਦ, ਚੱਕਵਾਲ, ਵਜ਼ੀਰਾਬਾਦ, ਜਲਾਲਪੁਰ ਅਤੇ ਵਸੂਲਪੁਰ ਇੰਨੇ ਸਾਰੇ ਜਿਹੜੇ ਸੀਗੇ ਇਹਨਾਂ ਦੇ ਪ੍ਰਸਿੱਧ ਜਿਹੜੇ ਅਧੀਨ ਖੇਤਰ ਸੀਗੇ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿਤਾ ਦੀ ਮ੍ਰਿਤਿੂ 1792 ਈਸਵੀ ਦੇ ਵਿੱਚ ਜਦੋਂ ਮਹਾ ਸਿੰਘ ਦੀ ਮ੍ਰਿਤਿੂ ਹੋ ਗਈ, ਉਸ ਤੋਂ ਬਾਅਦ ਹੀ ਉਹਨਾਂ ਨੇ 12 ਵਰਸ਼ ਦੀ ਉਮਰ ਦੇ ਵਿੱਚ ਸ਼ੁਕਰਚੱਕੀਆ ਮਿਸਲ ਦੀ ਭਾਗਦੌੜ ਸੰਭਾਲੀ ਅਤੇ ਇੱਕ ਸਿੱਖ ਅਤੇ ਜੋ ਇੱਕ ਮਹਾਨ ਵਿਸ਼ਾਲ ਸਿੱਖ ਸਾਮਰਾਜ ਸੀਗਾ ਉਹਨਾਂ ਨੂੰ ਇਕੱਲਾ ਹੀ ਉਹਨਾਂ ਨੇ ਆਪਣੇ ਮੋਢਿਆਂ 'ਤੇ ਭਾਰ ਰੱਖ ਕੇ ਸਾਰਾ ਉਹ ਸਾਮਰਾਜ ਜੋ ਹੈ ਇਹਨਾਂ ਨੇ ਬਣਾਇਆ। ਠੀਕ ਹੈ, ਸੋ ਇਹਨਾਂ ਬਾਰੇ ਕੀ ਸੀ ਹਿਸਟਰੀ ਆਪਾਂ ਨੈਕਸਟ ਚੈਪਟਰ ਦੇ ਵਿੱਚ ਜ਼ਰੂਰ ਪੜ੍ਹਾਂਗੇ। ਫੁਲਕਿਆ ਮਿਸਲ। ਸੋ ਫੁਲਕਿਆ ਮਿਸਲ ਦੇ ਜੋ ਸੰਸਥਾਪਕ ਸੀਗੇ ਉਹ ਚੌਧਰੀ ਫੂਲ ਸੀਗੇ। ਸੋ ਚੌਧਰੀ ਫੂਲ ਜੋ ਸੀਗੇ ਇੱਕ ਸਿੱਧੂ ਨਾਮ ਦੀ ਜਾਤੀ ਦੇ ਨਾਲ ਸੰਬੰਧਿਤ ਸੀਗੇ। ਚੌਧਰੀ ਫੂਲ ਹੋਣ ਕਰਕੇ ਇਹਨਾਂ ਦੀ ਮਿਸਲ ਦਾ ਨਾਮ ਫੁਲਕਿਆ ਮਿਸਲ ਪੈ ਗਿਆ। ਇਹਨਾਂ ਦਾ ਪ੍ਰਸਿੱਧ ਨੇਤਾ ਬਾਬਾ ਆਲਾ ਸਿੰਘ ਸੀਗੇ। ਹੋਰ ਨੇਤਾ ਆਲਾ ਸਿੰਘ, ਹਮੀਰ ਸਿੰਘ ਤੇ ਗਜਪਤ ਸਿੰਘ ਸੀਗੇ। ਰਾਜਧਾਨੀ ਪਟਿਆਲਾ, ਨਾਭਾ, ਜੀਂਦ। ਅਧੀਨ ਖੇਤਰ ਪਟਿਆਲਾ, ਨਾਭਾ, ਜੀਂਦ, ਬਰਨਾਲਾ, ਬਠਿੰਡਾ, ਸੰਗਰੂਰ ਅਤੇ ਕੌਥਲ। ਸੋ ਬੇਸਿਕਲੀ ਇਹ ਜਿਹੜੀ ਮਿਸਲ ਸੀਗੀ 3 ਘਰਾਣਿਆਂ ਦੇ ਵਿੱਚ ਵੰਡੀ ਹੋਈ ਸੀਗੀ। 3 ਘਰਾਣਿਆਂ ਵਿੱਚ ਕਿਵੇਂ ਵੰਡੀ ਹੋਈ ਸੀਗੀ ਕਿ ਚੌਧਰੀ ਫੂਲ ਦੇ ਜਿਹੜੇ ਵੱਡੇ ਮੁੰਡੇ ਸੀਗੇ ਤਿਲੋਕਾਂ, ਉਹਨਾਂ ਦੇ ਵੰਸ਼ਜ ਸੀਗੇ ਨਾਭਾ ਤਥਾ ਜੀਂਦ ਦੇ ਰਾਜਿਆਂ ਦੇ ਵਿੱਚ। ਠੀਕ ਹੈ, ਤੇ ਉਹਨਾਂ ਦੇ ਦੂਸਰੇ ਪੁੱਤਰ ਦੇ ਵੰਸ਼ ਸੀਗੇ ਪਟਿਆਲਾ ਤੇ ਰਾਜੇ ਵਿੱਚ, ਯਾਨੀ ਕਿ ਉਹਨਾਂ ਦੇ 2 ਮੁੰਡੇ ਸੀਗੇ ਤਿਲੋਕਾ ਅਤੇ ਰਾਮ। ਅਤੇ ਤਿਲੋਕਾਂ ਨੇ ਜੋ ਆਪਣੇ ਵੰਸ਼ ਸੀਗੇ ਉਹ ਨਾਭਾ ਅਤੇ ਜੀਂਦ ਨਾਂ ਦੀ ਰਿਆਸਤਾਂ ਦੇ ਵਿੱਚ ਜਾਂ ਰਾਜਾਂ ਦੇ ਵਿੱਚ ਸਥਾਪਿਤ ਕੀਤੇ ਹੋਏ ਸੀਗੇ, ਅਤੇ ਉਹਨਾਂ ਦੇ ਦੂਸਰੇ ਪੁੱਤਰ ਰਾਮ ਨੇ ਆਪਣੇ ਵੰਸ਼ ਜਿਹੜੇ ਪਟਿਆਲਾ ਨਾਮ ਦੇ ਰਾਜ ਦੇ ਵਿੱਚ ਸਥਾਪਨਾ ਕੀਤੀ ਹੋਈ ਸੀਗੀ। ਠੀਕ ਹੈ, ਸੋ ਇੰਨੀ ਡਿਟੇਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਕਿਹੜੀਆਂ 3 ਰਿਆਸਤਾਂ ਦੇ ਵਿੱਚ ਵੰਡੇ ਹੋਏ ਸੀਗੇ, ਪ੍ਰਸਿੱਧ ਨੇਤਾ ਕੌਣ ਸੀਗਾ, ਸੰਸਥਾਪਕ ਕੌਣ ਸੀਗੇ। ਬਸ ਸਾਨੂੰ ਇੰਨਾ ਜ਼ਿਆਦਾ ਡਿਟੇਲ ਵਿੱਚ ਜਾਣਨ ਦੀ ਜ਼ਰੂਰਤ ਨਹੀਂ ਹੈ। ਸਿਰਫ ਮਿਸਲ ਵਿੱਚ ਸਾਨੂੰ ਇੰਨਾ ਹੀ ਯਾਦ ਰੱਖਣਾ ਹੈ, ਮਿਸਲ ਕੌਣ ਹੈ, ਇਹਨਾਂ ਦਾ ਸੰਸਥਾਪਕ ਕੌਣ ਸੀਗਾ, ਪ੍ਰਸਿੱਧ ਨੇਤਾ ਕੌਣ ਸੀਗਾ, ਅਤੇ ਕਿਵੇਂ ਇਸ ਮਿਸਲ ਦਾ ਨਾਮ ਫੁਲਕਿਆ ਮਿਸਲ ਪਿਆ ਜਾਂ ਸ਼ੁਕਰਚੱਕੀਆ ਮਿਸਲ ਪਿਆ। ਠੀਕ ਹੈ, ਜਿਵੇਂ ਕਿ ਹਰ ਕੋਈ ਕਿਸੇ ਨਾ ਕਿਸੇ ਪਿੰਡ ਤੋਂ ਰਿਲੇਟ ਸੀਗਾ, ਉਹਨਾਂ ਦਾ ਰਿਲੇਸ਼ਨ ਸੀਗਾ ਜਿੱਥੋਂ ਵੀ ਉਹਨਾਂ ਦਾ ਜਨਮ ਹੈ, ਇਸ ਕਰਕੇ ਉਸ ਮਿਸਲ ਦਾ ਨਾਮ ਪੈ ਗਿਆ। ਜਿਵੇਂ ਕਿ ਚੌਧਰੀ ਫੂਲ ਸੀਗਾ ਇਹਨਾਂ ਦਾ ਨਾਮ, ਇਸ ਕਰਕੇ ਇਸ ਮਿਸਲ ਦਾ ਨਾਮ ਫੁਲਕਿਆ ਮਿਸਲ ਪੈ ਗਿਆ। ਠੀਕ ਹੈ, ਸੋ ਹੁਣ ਅਸੀਂ ਗੱਲ ਕਰਦੇ ਹਾਂ ਨਕਈ ਮਿਸਲ ਬਾਰੇ। ਇਹ ਸੰਧੂ ਜਾਤੀ ਦੇ ਨਾਲ ਸੰਬੰਧਿਤ ਸੀਗੀ। ਸੋ ਇਹਨਾਂ ਦਾ ਸੰਸਥਾਪਕ ਕੌਣ ਸੀਗਾ? ਹੀਰਾ ਸਿੰਘ ਸੀਗਾ। ਪ੍ਰਸਿੱਧ ਨੇਤਾ ਹੀਰਾ ਸਿੰਘ। ਹੋਰ ਨੇਤਾ ਨਾਹਰ ਸਿੰਘ, ਰਣ ਸਿੰਘ, ਭਗਵਾਨ ਸਿੰਘ ਅਤੇ ਕਾਰਨ ਸਿੰਘ। ਠੀਕ ਹੈ, ਰਾਜਧਾਨੀ ਚੁੰਨੀਆਂ, ਅਧੀਨ ਖੇਤਰ ਚੁੰਨੀਆਂ, ਦੀਪਾਲਪੁਰ, ਕੰਗਨਪੁਰ, ਸ਼ੇਰਗੜ੍ਹ, ਖੇਮਕਰਨ ਅਤੇ ਸ਼ਹਿਰਵਾਲ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਡੱਲੇਵਾਲੀਆ ਮਿਸਲ ਬਾਰੇ। ਇਹਨਾਂ ਦਾ ਪ੍ਰਸਿੱਧ ਨੇਤਾ ਕੌਣ ਸੀਗਾ? ਤਾਰਾ ਸਿੰਘ ਗੇਬਾ। ਇਹ ਡੱਲੇਵਾਲੀਆ ਮਿਸਲ ਸੀਗੀਆਂ। ਇਸ ਤੋਂ ਅੱਗੇ ਜਿਹੜੀਆਂ ਹੋਰ ਵੀ ਮਿਸਲ ਆਉਂਦੀਆਂ ਜਿਵੇਂ ਕਿ ਕਰੋੜ ਸਿੰਘੀਆ ਮਿਸਲ, ਨਿਸ਼ਾਨ ਵਾਲੀਆ ਮਿਸਲ ਅਤੇ ਸ਼ਹੀਦ ਮਿਸਲ। ਇਹ ਥੋੜ੍ਹੀ ਜਿਹੀ ਜਿਹੜੀ ਛੋਟੀ ਮਿਸਲਾਂ ਸੀਗੀਆਂ। ਠੀਕ ਆ, ਜਿਹੜੀਆਂ ਕਿ ਬਹੁਤ ਜ਼ਿਆਦੀਆਂ ਵੱਡੀਆਂ ਮਿਸਲਾਂ ਸੀਗੀਆਂ, ਤਾਕਤਵਰ ਮਿਸਲ ਸੀਗੀਆਂ, ਵਿਸ਼ਾਲ ਮਿਸਲਾਂ ਸੀਗੀਆਂ, ਉਹਨਾਂ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਉਸ ਤੋਂ ਜਿਹੜੀ ਛੋਟੀ ਮਿਸਲਾਂ ਸੀਗੀਆਂ ਜਿਨ੍ਹਾਂ ਨੇ ਵੀ ਆਪਣੀ ਅਲੱਗ-ਅਲੱਗ ਇੱਕ ਸਿੱਖਾਂ ਨੂੰ ਸੰਗਠਿਤ ਕਰਨ ਦੇ ਵਿੱਚ ਯੋਗਦਾਨ ਦਿੱਤਾ, ਉਹਨਾਂ ਬਾਰੇ ਗੱਲ ਕਰਾਂਗੇ। ਸੋ ਇਹਨਾਂ ਦਾ ਪ੍ਰਸਿੱਧ ਨੇਤਾ ਤਾਰਾ ਸਿੰਘ ਗੇਬਾ ਸੀਗਾ। ਸੰਸਥਾਪਕ ਗੁਲਾਬ ਸਿੰਘ ਸੀਗੇ। ਪ੍ਰਸਿੱਧ ਨੇਤਾ ਤਾਰਾ ਸਿੰਘ ਗੇਬਾ। ਹੋਰ ਨੇਤਾ ਤਾਰਾ ਸਿੰਘ, ਮਾਲ ਸਿੰਘ। ਰਾਜਧਾਨੀ ਰਾਹੋ, ਅਧੀਨ ਖੇਤਰ ਨਕੋਦਰ, ਰਾਹੋ, ਲੁਧਿਆਣਾ ਅਤੇ ਫਲੋਰ। ਕਰੋੜ ਸਿੰਘੀਆ ਜਾਂ 5 ਗੜੀਆਂ ਮਿਸਲ। ਸੋ ਕਰੋੜ ਸਿੰਘੀਆ ਮਿਸਲ ਦੇ ਸੰਸਥਾਪਕ ਕਰੋੜ ਸਿੰਘ ਸੀਗਾ, ਉਹਨਾਂ ਦੇ ਕਾਰਨ ਹੀ ਇਸ ਮਿਸਲ ਦਾ ਨਾਮ ਕਰੋੜ ਸਿੰਘੀਆ ਪੈ ਗਿਆ। ਕਰੋੜ ਸਿੰਘ ਦੀ ਮ੍ਰਿਤੂ ਤੋਂ ਪਛਾਤ ਪ੍ਰਸਿੱਧ ਨੇਤਾ ਬਘੇਲ ਸਿੰਘ ਬਣੇ। ਠੀਕ ਹੈ, ਉਸ ਤੋਂ ਬਾਅਦ ਹੋਰ ਨੇਤਾ ਬਘੇਲ ਸਿੰਘ ਅਤੇ ਜੋਧ ਸਿੰਘ, ਉਹਨਾਂ ਨੇ ਇਸ ਮਿਸਲ ਦੀ ਭਾਗਡੋਰ ਸੰਭਾਲੀ। ਰਾਜਧਾਨੀ ਸ਼ਾਮ 84, ਅਧੀਨ ਖੇਤਰ ਸ਼ਾਮ 84, ਕੰਗਾ, ਨਵਾਂ ਸ਼ਹਿਰ, ਰੁੜਕਾ। ਠੀਕ ਹੈ,
ਨਿਸ਼ਾਨ ਵਾਲੀਆਂ ਮਿਸਲ, ਇਸ ਮਿਸਲ ਦੇ ਸੰਸਥਾਪਕ ਸੰਗਤ ਸਿੰਘ ਸੀਗੇ। ਸੰਗਤ ਸਿੰਘ ਅਤੇ ਮਹਿਰ ਸਿੰਘ ਦੋਵੇਂ ਹੀ ਇਸ ਮਿਸਲ ਦੇ ਸੰਸਥਾਪਕ ਸੀਗੇ। ਠੀਕ ਹੈ, ਸੋ ਇਹਨਾਂ ਦਾ ਪ੍ਰਸਿੱਧ ਨੇਤਾ ਮੋਹਰ ਸਿੰਘ ਸੀਗੇ। ਹੋਰ ਨੇਤਾ ਮੇਹਰ ਸਿੰਘ ਅਤੇ ਦਸੌਂਦਾ ਸਿੰਘ। ਰਾਜਧਾਨੀ ਅੰਬਾਲਾ, ਅਧੀਨ ਖੇਤਰ ਅੰਬਾਲਾ, ਸ਼ਹਿਬਾਦ ਅਤੇ ਦੋਰਾਹਾ। ਨਿਸ਼ਾਨ ਵਾਲੀਆਂ ਮਿਸਲ, ਇਸ ਮਿਸਲ ਦਾ ਨਾਮ ਨਿਸ਼ਾਨ ਵਾਲੀਆਂ ਮਿਸਲ ਕਿਉਂ ਪਿਆ? ਕਿਉਂਕਿ ਇਸ ਮਿਸਲ ਦੇ ਜਿਹੜੇ ਦੋ ਨੇਤਾ ਸੀਗੇ, ਦੋ ਸੰਸਥਾਪਕ ਸੀਗੇ, ਸੰਗਤ ਸਿੰਘ ਤਥਾ ਮੋਹਰ ਸਿੰਘ, ਇਹ ਮਿਸਲ ਦੇ ਦੋਨੋਂ ਨੇਤਾ ਦਲ ਖਾਲਸਾ ਦਾ ਨਿਸ਼ਾਨ ਸਾਹਿਬ ਜਾਂ ਝੰਡਾ ਉਠਾਇਆ ਕਰਦੇ ਸੀ। ਇਸ ਕਰਕੇ ਇਸ ਮਿਸਲ ਦਾ ਨਾਮ ਨਿਸ਼ਾਨ ਵਾਲੀਆਂ ਮਿਸਲ ਪੈ ਗਿਆ। ਸ਼ਹੀਦ ਮਿਸਲ ਜਾਂ ਨਿਹੰਗ ਮਿਸਲ। ਠੀਕ ਹੈ, ਇਹ ਵੀ ਸੱਧੂ ਨਾਮ ਦੀ ਜੋ ਜਾਤੀ ਸੀਗੀ ਉਹਨਾਂ ਤੋਂ ਇਹਨਾਂ ਦਾ ਰਿਲੇਸ਼ਨ ਸੀਗਾ। ਸੋ ਇਸ ਮਿਸਲ ਦੇ ਸੰਸਥਾਪਕ ਸੁਦਾ ਸਿੰਘ ਸੀਗੇ। ਪ੍ਰਸਿੱਧ ਨੇਤਾ ਬਾਬਾ ਦੀਪ ਸਿੰਘ। ਹੋਰ ਨੇਤਾ ਬਾਬਾ ਦੀਪ ਸਿੰਘ, ਕਰਮ ਸਿੰਘ, ਗੁਰਬਖਸ਼ ਸਿੰਘ। ਰਾਜਧਾਨੀ ਸ਼ਹਜਾਦਪੁਰ, ਅਧੀਨ ਖੇਤਰ ਸ਼ਹਜਾਦਪੁਰ, ਜਹਾਰਨਪੁਰ, ਤਲਵੰਡੀ ਸਾਬੋ ਅਤੇ ਉੱਤਰੀ ਅੰਬਾਲਾ। ਸੋ ਬਾਬਾ ਦੀਪ ਸਿੰਘ ਜੋ ਸੀਗੇ ਜਿਨ੍ਹਾਂ ਨੇ ਚੱਲਦੀ ਹੋਈ ਲੜਾਈ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਸੀਗੀ, ਸੋ ਉਹ ਇਸ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਸੀਗੇ। ਇਸ ਮਿਸਲ ਦਾ ਨਾਮ ਸ਼ਹੀਦ ਮਿਸਲ ਜਾਂ ਨਿਹੰਗ ਮਿਸਲ ਕਿਉਂ ਪਿਆ? ਕਿਉਂਕਿ ਸਭ ਤੋਂ ਜ਼ਿਆਦਾ ਇਸ ਹੀ ਮਿਸਲ ਨੇ ਸਭ ਤੋਂ ਜ਼ਿਆਦਾ ਜੋ ਸ਼ਹੀਦ ਹੋਣ ਵਾਲੇ ਸੀਗੇ, ਸਭ ਤੋਂ ਜ਼ਿਆਦਾ ਐਸੀ ਮਿਸਲ ਵਿੱਚ ਜੋ ਲੋਕ ਸੀਗੇ ਜੋ ਕਿ ਸਭ ਤੋਂ ਜ਼ਿਆਦਾ ਸ਼ਹੀਦ ਹੋਏ। ਠੀਕ ਹੈ, ਆਮ ਤੌਰ 'ਤੇ ਜੋ ਇਹਨਾਂ ਦੀ ਸੈਨਾ ਦੇ ਵਿੱਚ ਲੋਕ ਸੀਗੇ ਨਿਹੰਗ ਸੀਗੇ ਅਤੇ ਨੀਲੇ ਰੰਗ ਦੀ ਪੋਸ਼ਾਕ ਪਾਉਂਦੇ ਸੀਗੇ। ਇਸ ਕਰਕੇ ਇਸ ਮਿਸਲ ਦਾ ਨਾਮ ਸ਼ਹੀਦ ਮਿਸਲ ਪੈ ਗਿਆ। ਸੋ ਜਦੋਂ ਅਸੀਂ ਮਿਸਲਾਂ ਦੇ ਬਾਰੇ ਗੱਲ ਕਰ ਸਕਦੇ ਹਾਂ ਤਾਂ ਸਾਡੇ ਕੋਲ ਆਉਂਦੇ ਨੇ ਸਰਬੱਤ ਖਾਲਸਾ, ਗੁਰਮਤਾ, ਸਮੁੱਚੀ ਸਿੱਖ ਸੰਗਤ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਏ ਗਏ ਫੈਸਲੇ। ਸੋ ਹੁਣ ਸਰਬੱਤ ਖਾਲਸਾ ਅਸੀਂ ਸਮਝਦੇ ਕਿ ਸਰਬੱਤ ਖਾਲਸਾ ਕੀ ਚੀਜ਼ ਹੈ, ਇਹ ਵੀ ਇੱਕ ਟੌਪਿਕ ਹੈ। ਸੋ ਅਗਰ ਜੇ ਤੁਹਾਨੂੰ 3 ਨੰਬਰ ਦੇ ਕੁਐਸਚਨ ਦੇ ਵਿੱਚ ਅਗਰ ਇੱਕ 1 ਵਰਡ ਜਾਂ 1 ਲਾਈਨ ਵਾਲੇ ਕੁਐਸਚਨ ਦੇ ਵਿੱਚ ਆ ਜਾਂਦਾ ਜਿਹਦੇ ਵਿੱਚ ਤੁਹਾਨੂੰ 15 to 20 ਵਰਡਸ ਦੇ ਵਿੱਚ ਲਿਖਣੀ ਹੈ, ਤਾਂ ਤੁਸੀਂ ਜ਼ਰੂਰ ਅਟੈਂਡ ਕਰੋ ਕੁਐਸਚਨ ਨੂੰ ਅਤੇ ਜ਼ਰੂਰ ਇਹਦਾ ਆਨਸਰ ਲਿਖੋ। ਸੋ ਸਭ ਤੋਂ ਪਹਿਲਾਂ ਅਸੀਂ ਸਰਬੱਤ ਖਾਲਸਾ ਬਾਰੇ ਗੱਲ ਕਰਦੇ ਕਿ ਸਰਬੱਤ ਖਾਲਸਾ ਕੀ ਚੀਜ਼ ਸੀਗੀ। ਸੋ ਸਰਬੱਤ ਖਾਲਸਾ ਜਾਂ ਗੁਰਮਤਾ ਕਹਿ ਲਓ, ਇੱਕ ਇਹੋ ਜਿਹੀ ਇਹਨਾਂ ਦੋਨਾਂ ਦਾ ਜੋ ਇਹ ਹੈ ਆਪਸ ਦੇ ਵਿੱਚ ਰਿਲੇਸ਼ਨ ਹੈ। ਠੀਕ ਹੈ, ਸਰਬੱਤ ਖਾਲਸਾ ਦਾ ਵੀ ਅਤੇ ਗੁਰਮਤਾ ਦਾ ਵੀ। ਕਿਉਂ? ਇਹਨੂੰ ਅਸੀਂ ਡਿਟੇਲ ਵਿੱਚ ਸਮਝਦੇ ਹਾਂ ਕਿਉਂਕਿ ਜੋ 12 ਮਿਸਲਾਂ ਸੀਗੀਆਂ, ਠੀਕ ਹੈ, ਜਦੋਂ 65 ਮਿਸਲਾਂ ਨੂੰ ਘਟਾ ਕੇ ਜਦੋਂ ਦਲ ਖਾਲਸਾ ਸਥਾਪਿਤ ਹੋ ਗਿਆ, ਠੀਕ ਹੈ, ਇਹ ਜਿਹੜੀ ਵੀ ਅਸੀਂ ਮਿਸਲਾਂ ਬਾਰੇ ਗੱਲ ਕੀਤੀਆਂ ਇਹ 12 ਮਿਸਲਾਂ ਸੀਗੀਆਂ। ਠੀਕ ਹੈ, ਇਹ 12 ਮਿਸਲਾਂ ਜਦੋਂ ਬਣ ਗਈਆਂ ਅਤੇ ਇਹਨਾਂ ਦੇ ਵਿੱਚ ਕੋਈ ਵੀ ਕੇਂਦਰੀ ਸਰਕਾਰ ਨਹੀਂ ਸੀ ਜਿਹੜੀ ਕਿ ਇਹਨਾਂ ਤੋਂ ਉੱਪਰ ਇਹਨਾਂ ਨੂੰ ਆਦੇਸ਼ ਦੇਵੇ ਜਾਂ ਇਹਨਾਂ ਦੇ ਉੱਤੇ ਕੋਈ ਆਰਡਰ ਪਾਸ ਕਰੇ। ਇਹਨਾਂ ਨੂੰ ਸੰਗਠਿਤ ਰਹਿਣ ਲਈ, ਇਹਨਾਂ ਨੂੰ ਵਧੀਆ ਤਰੀਕੇ ਨਾਲ ਆਪਣਾ ਜੋ ਹੈ ਕੰਮ ਕਰਨ ਲਈ, ਵਧੀਆ ਤਰੀਕੇ ਨਾਲ ਯੁੱਧ ਵਿੱਚ ਪ੍ਰਦਰਸ਼ਨ ਕਰਨ ਲਈ, ਸੋ ਇਹਨਾਂ ਨੂੰ ਨਿਯੰਤਰਣ ਰੱਖਣ ਲਈ ਇੱਕ ਕੇਂਦਰੀ ਸੰਸਥਾ ਬਣਾਈ ਗਈ ਜਿਹਨੂੰ ਆਪਾਂ ਗੁਰਮਤਾ ਕਹਿੰਦੇ ਹਾਂ। ਸੋ ਗੁਰਮਤਾ ਤੋਂ ਭਾਵ ਕੀ ਹੈ? ਗੁਰੂ ਦਾ ਮਤ ਅਥਵਾ ਗੁਰੂ ਦੀ ਰਾਏ। ਠੀਕ ਹੈ, ਸੋ ਜਦੋਂ ਆਪਾਂ ਆਪਣੀ ਹਿਸਟਰੀ ਵਿੱਚ ਦੇਖਦੇ ਹਾਂ ਕਿ ਜਦੋਂ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਯਾਨੀ ਕਿ 1699 ਈਸਵੀ ਦੇ ਵਿੱਚ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ, ਤਾਂ ਉਹਨਾਂ ਨੇ ਉਸੇ ਵਕਤ ਹੀ ਇਹ ਤੈਅ ਕਰ ਦਿੱਤਾ ਸੀਗਾ ਕਿ ਭਵਿੱਖ ਦੇ ਵਿੱਚ ਸਿੱਖ ਸੰਗਤ, ਸਿੱਖ ਸੈਨਾ ਜੋ ਵੀ ਮਿਲ ਕਰ ਜਾਂ ਖਾਲਸਾ ਸੈਨਿਕ ਜੋ ਵੀ ਮਿਲ ਕਰ ਇਕੱਠੇ ਨਿਰਣੇ ਲੈਣਗੇ ਉਹ ਗੁਰੂ ਦਾ ਨਿਰਣੇ ਸਮਝਿਆ ਜਾਏਗਾ। ਠੀਕ ਹੈ, ਸੋ ਸਿੱਖ ਸੰਗਤ ਜੋ ਵੀ ਨਿਰਣੇ ਲੈਣਗੇ ਉਹਨਾਂ ਨੂੰ ਗੁਰੂ ਦਾ ਨਿਰਣੇ ਸਮਝਿਆ ਜਾਏਗਾ। ਸੋ 1716 ਦੇ ਈਸਵੀ ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਉਸ ਸਮੇਂ ਸਿੱਖਾਂ ਦੇ ਕੋਲ ਕੋਈ ਵੀ ਇੱਦਾਂ ਦਾ ਨੇਤਾ ਨਹੀਂ ਸੀਗਾ ਜੋ ਮੁਗਲਾਂ ਦੇ ਅਤਿਆਚਾਰਾਂ ਦਾ ਸਾਹਮਣਾ ਕਰ ਸਕੇ ਅਤੇ ਸਿੱਖ ਸੈਨਾ ਨੂੰ ਨਿਯੰਤਰਿਤ ਕਰ ਸਕੇ, ਉਹਨਾਂ ਦਾ ਮਾਰਗਦਰਸ਼ਨ ਕਰ ਸਕੇ ਕਿ ਹੁਣ ਉਹਨਾਂ ਨੇ ਕਿਵੇਂ ਆਪਣਾ ਜੋ ਹੈ ਅਤਿਆਚਾਰ ਦੇ ਪ੍ਰਤੀ ਕਿਵੇਂ ਆਵਾਜ਼ ਉਠਾਉਣੀ ਹੈ। ਸੋ ਇਸੀ ਇੱਦਾਂ ਦੀ ਪਰਿਸਥਿਤੀ ਦੇ ਵਿੱਚ ਹੀ ਸਿੱਖ ਲੋਕ ਜੋ ਸੀਗੇ ਵਿਸਾਖੀ ਤਥਾ ਦੀਵਾਲੀ ਵਾਲੇ ਦਿਨ ਵਰਸ਼ ਦੇ ਵਿੱਚ 2 ਵਾਰ ਅੰਮ੍ਰਿਤਸਰ ਅਤੇ ਅਕਾਲ ਤਖਤ ਦੇ ਵਿੱਚ ਇਕੱਤਰਿਤ ਹੁੰਦੇ ਸੀਗੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹ ਮੁਗਲਾਂ ਦੇ ਵਿਰੁੱਧ ਸਾਰੀ ਰਣਨੀਤੀਆਂ ਤਿਆਰ ਕਰਦੇ ਸੀਗੇ ਕਿ ਅਸੀਂ ਕਿਵੇਂ ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣੀ ਹੈ ਅਤੇ ਹੋਰ ਵੀ ਜੋ ਵੀ ਅੰਨੇ ਮਾਮਲਿਆਂ ਸੰਬੰਧੀ ਉਹ ਨਿਰਣੇ ਲੈਂਦੇ ਸੀਗੇ। ਸਿੱਖਾਂ ਦੇ ਵਿੱਚ ਇਹ ਜਿਹੜੀ ਵੀ ਸਭਾ ਦੇ ਵਿੱਚ ਸਾਰੇ ਲੋਕ ਇਕੱਤਰਿਤ ਹੁੰਦੇ ਸੀਗੇ, ਇਹਨਾਂ ਨੂੰ ਹੀ ਸਰਬੱਤ ਖਾਲਸਾ ਕਿਹਾ ਜਾਂਦਾ ਸੀਗਾ। ਜਿਵੇਂ ਕਿ ਅਸੀਂ ਪਿਕਚਰ ਵਿੱਚ ਦੇਖ ਸਕਦੇ ਹਾਂ ਕਿ ਸਾਰੇ ਹੀ ਖਾਲਸਾ ਮੈਂਬਰ ਸੀਗੇ ਅਤੇ ਇਹਨਾਂ ਨੂੰ ਹੀ ਸਰਬੱਤ ਖਾਲਸਾ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਹ ਜੋ ਵੀ ਨਿਰਣੇ ਲੈਂਦੇ ਸੀਗੇ ਇਹਨਾਂ ਦਾ ਸਾਂਝਾ ਨਿਰਣੇ ਹੁੰਦਾ ਸੀਗਾ। ਠੀਕ ਹੈ,
ਸੋ ਇਹਨੂੰ ਹੀ ਗੁਰਮਤਾ ਕਿਹਾ ਜਾਂਦਾ ਸੀਗਾ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਿੱਤਾ ਜਾਂਦਾ ਸੀਗਾ। ਇਹ ਸਿੱਖ ਮਿਸਲਾਂ ਦੇ ਸ਼ਾਸਨ ਦੇ ਸਮੇਂ ਇੱਕ ਪ੍ਰਕਾਰ ਦੀ ਸਭ ਤੋਂ ਕੇਂਦਰੀ ਸੰਸਥਾ ਸੀਗੀ। ਇਹਦੇ ਹੀ ਨਿਰਣਿਆਂ ਦੇ ਅਨੁਸਾਰ ਜੋ ਸੀਗੇ ਸਾਰੇ ਸਿੱਖ ਸੈਨਿਕ ਆਪਣੇ ਕੰਮ ਕਰਦੇ ਸੀਗੇ। ਸੋ ਇਹ ਉਹਨਾਂ ਦਾ ਇਸ ਗੁਰਮਤਾ ਨੂੰ ਮੰਨਣਾ ਸਾਰੇ ਹੀ ਸਿੱਖ ਸਰਦਾਰਾਂ ਦਾ ਇੱਕ ਪਵਿੱਤਰ ਤੇ ਧਾਰਮਿਕ ਕਰਤੱਵ ਬਣ ਚੁੱਕਿਆ ਸੀਗਾ। ਸੋ ਅਸੀਂ ਇਸ ਟੌਪਿਕ ਨੂੰ ਕਾਫੀ ਅੱਛੇ ਤਰੀਕੇ ਨਾਲ ਡਿਟੇਲ ਵਿੱਚ ਡਿਸਕਸ ਕਰ ਲਿਆ। ਸੋ ਜੇਕਰ ਤੁਹਾਨੂੰ ਸਰਬੱਤ ਖਾਲਸਾ ਬਾਰੇ ਜਾਂ ਗੁਰਮਤਾ ਬਾਰੇ ਪੁੱਛਿਆ ਜਾਂਦਾ ਹੈ 3 ਨੰਬਰ ਦੇ ਕੁਐਸਚਨਸ ਦੇ ਵਿੱਚ, ਤੁਸੀਂ ਜ਼ਰੂਰ ਡਿਟੇਲ ਵਿੱਚ ਲਿਖ ਕੇ ਆਓ ਜੋ ਵੀ ਤੁਹਾਨੂੰ ਸਮਝ ਲੱਗੀ ਹੈ। ਇਹ ਸਿਰਫ ਸਿੱਖਾਂ ਦੀ ਕੇਂਦਰੀ ਸੰਸਥਾ ਸੀਗੀ, ਠੀਕ ਹੈ, ਜੋ ਸਿੱਖ ਸੰਗਤਾਂ ਨੂੰ ਜੋ ਕਿ ਯੁੱਧ ਕਰਦੇ ਸੀਗੇ ਉਹਨਾਂ ਨੂੰ ਨਿਰਣੇ ਲੈਣ ਲਈ, ਉਹਨਾਂ ਨੂੰ ਕਿਵੇਂ ਰਣਨੀਤੀ ਆਪਣੀ ਤਿਆਰ ਕਰਦੇ ਆ, ਧਰਮ ਪ੍ਰਚਾਰ ਕਿੱਦਾਂ ਕਰਦੇ, ਆਪਣੇ ਪਰਸਪਰਿਕ ਝਗੜਾ ਦਾ ਨਿਪਟਾਰਾ ਕਰਦੇ ਸੀਗੇ, ਉਹ ਸਾਰਿਆਂ ਦੇ ਸੰਬੰਧੀ ਸੀਗਾ ਇਹ ਨਿਰਣੈ ਕੀਤਾ ਜਾਂਦਾ ਸੀਗਾ, ਠੀਕ ਹੈ। ਸੋ ਗੁਰਮਤਾ ਦੀ ਕਾਰਜਵਿਧੀ ਇਹ ਸੀਗੀ ਕਿ ਜਦੋਂ ਵੀ ਗੁਰਮਤਾ ਕਾਰਜ ਕਰਨ ਦਾ ਢੰਗ ਵੀ ਜੋ ਸੀਗਾ ਮਤਲਬ ਕੋਈ ਇੰਨਾ ਵੀ ਔਖੀ ਗੱਲ ਨਹੀਂ ਸੀਗੀ, ਬੜੀ ਈਜ਼ੀ ਸੀਗਾ ਕਿ ਜਿਵੇਂ ਕਿ ਸਾਰੇ ਸਰਦਾਰ ਜਿਹੜੇ ਨੇਤਾ ਸੀਗੇ ਇਕੱਠੇ ਬੈਠ ਜਾਂਦੇ ਸੀਗੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖ ਕੇ ਆਪਣੇ ਅਤੇ ਦਸ਼ਮ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਇਹਨਾਂ ਸਾਰੇ ਪਵਿੱਤਰ ਗ੍ਰੰਥਾਂ ਦੇ ਅੱਗੇ ਨਤਮਸਤਕ ਹੁੰਦੇ ਸੀਗੇ ਅਤੇ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੇ ਸ਼ਬਦਾਂ ਦਾ ਉਚਾਰਨ ਕਰਦੇ ਸੀਗੇ। ਫਿਰ ਅਰਦਾਸ ਹੁੰਦੀ ਸੀਗੀ, ਕੜਾਹ ਪ੍ਰਸਾਦ ਸੰਗਤ ਵਿੱਚ ਵੰਡ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਸਿੱਖ ਸਾਰੀ ਸੰਗਤ ਜੋ ਸੀਗੀ ਗੁਰਮਤਾ ਅਤੇ ਪ੍ਰਸਤਾਵ ਪੜ੍ਹ ਕੇ ਉਹਨਾਂ ਦੇ ਉੱਪਰ ਵਾਦ ਵਿਵਾਦ ਕਰਦੇ ਸੀਗੇ। ਅਰਦਾਸ ਹੋਣ ਤੋਂ ਬਾਅਦ ਦੁਬਾਰਾ ਅਰਦਾਸ ਹੋਣ ਤੋਂ ਬਾਅਦ ਉੱਚੀ ਆਵਾਜ਼ ਦੇ ਵਿੱਚੋਂ ਜੋ ਵੀ ਗੁਰਮਤਾ ਸੀਗਾ ਉਸਨੂੰ ਪੜ੍ਹਿਆ ਜਾਂਦਾ ਸੀਗਾ। ਸੋ ਗੁਰਮਤਾ ਦੇ ਪਿੱਛੇ ਇੱਕ ਧਾਰਮਿਕ ਸ਼ਕਤੀ ਵੀ ਸੀਗੀ, ਜੋ ਵੀ ਨਿਰਣੈ ਲਿੱਤਾ ਜਾਂਦਾ ਸੀਗਾ ਉਹਨੂੰ ਲਾਗੂ ਕਰਵਾਇਆ ਜਾਂਦਾ ਸੀਗਾ, ਠੀਕ ਹੈ। ਕੋਈ ਵੀ ਗੁਰਮਤਾ ਦੇ ਨਿਰਣੈ ਦੀ ਉਲੰਘਣਾ ਨਹੀਂ ਸੀ ਕਰਦਾ, ਕਿਉਂਕਿ ਇਹਦੇ ਪਿੱਛੇ ਧਾਰਮਿਕ ਸ਼ਕਤੀ ਸੀਗੀ, ਕਿਉਂਕਿ ਉਹਨਾਂ ਦਾ ਆਪਣੀ ਸਿੱਖੀ ਧਰਮ ਦੇ ਵਿੱਚ ਅਟੁੱਟ ਵਿਸ਼ਵਾਸ ਸੀਗਾ। ਅਕਾਲ ਤਖਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਾਲਸਾ ਦੁਆਰਾ ਨਿਰਣੇ ਗਏ ਨਿਰਣੈ ਨੂੰ ਹੀ ਗੁਰੂ ਸਾਹਿਬ ਦਾ ਨਿਰਣੈ ਕਿਹਾ ਜਾਂਦਾ ਸੀਗਾ। ਅਤੇ ਉਹ ਆਪਣਾ ਇਸ ਨਿਰਣੈ ਨੂੰ ਸਾਰੇ ਹੀ ਸਰਬੱਤ ਖਾਲਸਾ ਮੰਨਣ ਲਈ, ਸਾਰੇ ਹੀ ਸਿੱਖ ਸਾਧ ਸੰਗਤ ਮੰਨਣ ਲਈ ਆਪਣਾ ਪਰਮ ਅਤੇ ਪਵਿੱਤਰ ਕਰਤੱਵ ਸਮਝਦੇ ਸੀਗੇ ਕਿ ਅਸੀਂ ਗੁਰਮਤਾ ਦੇ ਨਿਰਣੈ ਨੂੰ ਮੰਨੀਏ ਅਤੇ ਅਸੀਂ ਉਸਦੇ ਨਿਰਣੈ ਦੀ ਉਲੰਘਣਾ ਨਾ ਕਰੀਏ। ਸੋ ਗੁਰਮਤਾ ਦਾ ਵੀ ਇੱਕ ਮਹੱਤਵ ਰਿਹਾ ਵਾ ਆਪਣੇ ਸਿੱਖ ਇਤਿਹਾਸ ਦੇ ਵਿੱਚ। ਕਿਉਂਕਿ ਜਦੋਂ ਮੁਗਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਉੱਤੇ ਅਤਿਆਚਾਰ ਕਰਦਾ ਸੀਗਾ, ਸੋ ਗੁਰਮਤਾ ਹੀ ਸੀਗਾ ਜਿਨ੍ਹਾਂ ਨੇ ਸਿੱਖਾਂ ਦੇ ਵਿੱਚ ਏਕਤਾ ਕਾਇਮ ਕੀਤੀ ਅਤੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ, ਤਾਂ ਕਿ ਸਿੱਖਾਂ ਨੇ ਸ਼ਤਰੂਆਂ ਦੇ ਵਿਰੁੱਧ ਇੱਕ ਸੰਯੁਕਤ ਕਾਰਵਾਈ ਕਰਨ, ਸੰਗਠਨ ਰਹਿਣ, ਏਕਤਾ ਰਹਿਣ, ਜਿਸ ਕਾਰਨ ਹੀ ਉਹਨਾਂ ਨੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ ਹੈ ਅਤੇ ਇੱਕ ਅਨੁਸ਼ਾਸਨ ਦੇ ਵਿੱਚ ਰਹੇ, ਏਕਤਾ ਦੇ ਵਿੱਚ ਰਹੇ, ਠੀਕ ਹੈ। ਜਦੋਂ ਆਪਾਂ ਡਿਟੇਲ ਵਿੱਚ ਗੁਰਮਤਾ ਬਾਰੇ ਪੜ੍ਹਦੇ ਹਾਂ ਅਤੇ 1748 ਈਸਵੀ ਤੋਂ ਲੈ ਕੇ 1805 ਤੱਕ, ਠੀਕ ਹੈ, 1748 ਈਸਵੀ ਤੋਂ ਲੈ ਕੇ 1805 ਈਸਵੀ ਤੱਕ ਗੁਰਮਤਾ ਸੰਸਥਾ ਸਿੱਖਾਂ ਦੀ ਇੱਕ ਕੇਂਦਰੀ ਸ਼ਕਤੀ ਦੇ ਰੂਪ ਵਿੱਚ ਕੰਮ ਕਰਦੀ ਰਹੀ, ਠੀਕ ਹੈ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਨੂੰ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਸੀਗਾ, ਠੀਕ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੇ 1805 ਈਸਵੀ ਦੇ ਵਿੱਚ ਗੁਰਮਤਾ ਸੰਸਥਾ ਨੂੰ ਖਤਮ ਕਰ ਦਿੱਤਾ ਸੀਗਾ, ਠੀਕ ਹੈ। ਸੋ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਚੈਪਟਰ ਪੜ੍ਹਾਂਗੇ ਤਾਂ ਜ਼ਰੂਰ ਸਾਨੂੰ ਇਹ ਚੀਜ਼ ਪੜ੍ਹਨ ਨੂੰ ਮਿਲੇਗੀ ਕਿ ਉਹਨਾਂ ਨੇ ਕਿਵੇਂ ਇਸ ਚੀਜ਼ ਦਾ ਜੋ ਹੈ ਅੰਤ ਕਰ ਦਿੱਤਾ। ਸੋ ਮਿਸਲਾਂ ਦਾ ਸ਼ਾਸਨ ਪ੍ਰਬੰਧ ਕਿਵੇਂ ਚੱਲਦਾ ਸੀਗਾ ਗੁਰਮਤੀ ਕੇਂਦਰੀ ਸੰਸਥਾ, ਜਿਵੇਂ ਕਿ ਉਹਨਾਂ ਦਾ ਸਾਰਾ ਹੀ ਜੋ ਅਟੁੱਟ ਵਿਸ਼ਵਾਸ ਸੀਗਾ ਆਪਣੀ ਸਿੱਖੀ ਦੇ ਵਿੱਚ, ਜੋ ਵੀ ਰਣਨੀਤੀ ਬਣਾਉਂਦੇ ਸੀਗੇ ਆਪਣੇ ਸ਼ਤਰੂਆਂ ਦੇ ਵਿਰੁੱਧ ਜਾਂ ਆਪਣੇ ਪਰਸਪਰਿਕ ਝਗੜੇ, ਉਹ ਸਾਰੇ ਕਿਹੜੇ ਸੀਗੇ ਉਹ ਗੁਰਮਤਾ ਦੇ ਅੰਡਰ ਲੈਂਦੇ ਸੀਗੇ, ਉਹ ਗੁਰਮਤਾ ਦੇ ਅਧੀਨ ਹੀ ਸਾਰੇ ਆਪਣੇ ਕੰਮ ਕਰਦੇ ਸੀਗੇ ਅਤੇ ਉਹਨਾਂ ਨੂੰ ਆਪਣੀ ਧਰਮ ਦੇ ਵਿੱਚ ਅਟੁੱਟ ਵਿਸ਼ਵਾਸ ਸੀਗਾ। ਸੋ ਗੁਰਮਤਾ ਦੇ ਨਿਰਣੈ ਨੂੰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਉਹਨਾਂ ਦੀ ਕਰਨਾ ਸਵੀਕਾਰ ਨਹੀਂ ਕਰਦੇ ਸੀਗੇ। ਮਿਸਲਾਂ ਦਾ ਅੰਦਰੂਨੀ ਸ਼ਾਸਨ ਪ੍ਰਬੰਧ ਵੀ ਬਹੁਤ ਹੀ ਮਜ਼ਬੂਤ ਸੀਗਾ, ਕਿਉਂਕਿ ਪ੍ਰਤੇਕ ਮਿਸਲ ਦਾ ਜਿਹੜਾ ਮੁਖੀਆ ਹੁੰਦਾ ਸੀਗਾ ਉਹਨੂੰ ਸਰਦਾਰ ਕਿਹਾ ਜਾਂਦਾ ਸੀਗਾ, ਠੀਕ ਹੈ। ਸੋ ਯਦਿ ਕਿਸੇ ਸਰਦਾਰ ਦੀ ਨਿਸੰਤਾਨ ਮ੍ਰਿਤਿੂ ਹੋ ਜਾਣ 'ਤੇ ਇਹ ਪਦਵੀ ਉਹਦੇ ਭਾਈ ਜਾਂ ਭਤੀਜੇ ਜਾਂ ਉਸਦੀ ਵਿਧਵਾ ਨੂੰ ਮਿਲ ਜਾਂਦੀ ਸੀਗੀ, ਠੀਕ ਹੈ।
ਪ੍ਰਸ਼ਾਸਨ ਦੀ ਸਾਰੀ ਸ਼ਕਤੀਆਂ ਸਰਦਾਰ ਦੇ ਅਧੀਨ ਹੁੰਦੀ ਸੀਗੀ। ਉਹ ਆਪਣੀ ਇੱਛਾ ਅਨੁਸਾਰ ਮਿਸਲਾਂ ਦਾ ਸ਼ਾਸਨ ਪ੍ਰਬੰਧ ਚਲਾਉਂਦਾ ਸੀਗਾ ਅਤੇ ਮਿਸਲਾਂ ਦਾ ਜਿਹੜਾ ਸਰਦਾਰ ਸੀਗਾ ਬਹੁਤ ਹੀ ਸਾਦਾ ਜੀਵਨ ਬਤੀਤ ਕਰਦਾ ਸੀਗਾ। ਠੀਕ ਹੈ, ਅਤੇ ਉਹਨਾਂ ਦਾ ਸਿੱਖ ਧਰਮ ਦੇ ਵਿੱਚ ਅਟੁੱਟ ਵਿਸ਼ਵਾਸ ਹੁੰਦਾ ਸੀਗਾ। ਠੀਕ ਹੈ, ਸੋ ਜਦੋਂ ਇਹਨਾਂ ਦੇ ਆਪਾਂ ਸ਼ਾਸਨ ਪ੍ਰਬੰਧ ਦੀ ਗੱਲ ਕਰਦੇ ਹਾਂ, ਸੋ ਸਾਨੂੰ ਡਿਟੇਲ ਵਿੱਚ ਜਾਣਨ ਨੂੰ ਮਿਲਦਾ ਹੈ ਕਿ ਇਹਨਾਂ ਦੇ ਜੋ ਸੀਗੇ ਇਹਨਾਂ ਨੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅੱਛਾ ਸ਼ਾਸਨ ਪ੍ਰਬੰਧ ਚਲਾਇਆ ਸੀਗਾ। ਠੀਕ ਹੈ, ਸਰਦਾਰ ਦੇ ਅਧੀਨ 400 ਤੋਂ 500 ਮਿਸਲਦਾਰ ਹੋਇਆ ਕਰਦੇ ਸੀਗੇ, ਅਤੇ ਜਿਉਂ ਮਿਸਲਦਾਰ ਸੀਗੇ ਆਪਣੀ ਮਤਲਬ ਜਿਉਂ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਜਿਉਂ ਉਹਨਾਂ ਨੇ ਸਫਲਤਾ ਪ੍ਰਾਪਤ ਕਰਦੇ ਗਏ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤਥਾ ਗੁਰੂ ਗੋਬਿੰਦ ਸਿੰਘ ਜੀ ਨਾਮ 'ਤੇ ਸਿੱਕੇ ਵੀ ਜਾਰੀ ਕੀਤੇ। ਠੀਕ ਹੈ, ਉਹਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਜੋ ਸੀਗਾ ਉਹਨਾਂ ਨੇ ਬਹੁਤ ਹੀ ਅੱਛੇ ਢੰਗ ਨਾਲ ਚਲਾਇਆ। ਮਿਸਲਾਂ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਜਾਂਦਾ ਸੀਗਾ, ਜਿਸ ਜ਼ਿਲ੍ਹੇ ਦੇ ਮੁਖੀ ਨੂੰ ਕਾਰਦਾਰ ਕਿਹਾ ਜਾਂਦਾ ਸੀਗਾ। ਠੀਕ ਹੈ, ਗ੍ਰਾਮ ਪੰਚਾਇਤ ਵੀ ਇਹਨਾਂ ਨੇ ਕਾਫੀ ਅੱਛੇ ਤਰੀਕੇ ਨਾਲ ਚਲਾਈ ਸੀ। ਜਦੋਂ ਗਾਂਵ ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀਗੀ। ਗ੍ਰਾਮ ਪੰਚਾਇਤ ਦੀ ਸ਼ਾਸਨ ਦੀ ਮਹੱਤਵਪੂਰਨ ਇਕਾਈ ਸਮਝੀ ਜਾਂਦੀ ਸੀਗੀ, ਅਤੇ ਗਾਂਵ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਨੰਬਰਦਾਰ, ਪਟਵਾਰੀ ਅਤੇ ਚੌਕੀਦਾਰ ਪੰਚਾਇਤ ਦੀ ਸਹਾਇਤਾ ਕਰਦੇ ਸੀਗੇ। ਮਿਸਲਾਂ ਦਾ ਆਰਥਿਕ ਪ੍ਰਬੰਧ। ਮਿਸਲਾਂ ਦਾ ਆਰਥਿਕ ਪ੍ਰਬੰਧ। ਭੂਮੀਕਰ ਵਿਵਸਥਾ। ਭੂਮੀਕਰ ਵਿਵਸਥਾ ਇਹ ਸੀਗਾ ਕਿ ਉਸ ਸਮੇਂ ਲਗਾਨ ਲਿੱਤਾ ਜਾਂਦਾ ਸੀਗਾ। ਲਗਾਨ ਉਸ ਅਨਾਜ ਦੇ ਅਕੋਰਡਿੰਗਲੀ ਲਿੱਤਾ ਜਾਂਦਾ ਸੀਗਾ। ਜਦੋਂ ਅਸੀਂ ਇਸ ਕੁਐਸਚਨਸ ਨੂੰ ਡਿਟੇਲ ਵਿੱਚ ਪੜ੍ਹੋਗੇ ਤਾਂ ਤੁਹਾਨੂੰ ਜ਼ਰੂਰ ਪਤਾ ਚੱਲਦਾ ਸੀਗਾ ਕਿ ਉਸ ਸਮੇਂ ਉਹਨਾਂ ਕੋਲ ਪੱਤੀਦਾਰੀ ਪ੍ਰਣਾਲੀ ਸੀਗੀ, ਮਿਸਲਦਾਰੀ ਪ੍ਰਣਾਲੀ ਸੀਗੀ, ਤਾਬੇਦਾਰੀ ਪ੍ਰਣਾਲੀ ਸੀਗੀ, ਜਾਗੀਰਦਾਰੀ ਪ੍ਰਣਾਲੀ ਸੀ ਅਤੇ ਰਾਖੀ ਪ੍ਰਥਾ ਸੀਗੀ। ਇਹ ਸਾਰੀ ਪ੍ਰਥਾ ਦੇ ਨਾਲ ਉਹ ਆਪਣਾ ਆਰਥਿਕ ਪ੍ਰਬੰਧ ਨੂੰ ਕਾਫੀ ਅੱਛੇ ਤਰੀਕੇ ਨਾਲ ਉਹਨਾਂ ਨੇ ਮਜ਼ਬੂਤ ਕੀਤਾ ਹੋਇਆ ਸੀਗਾ। ਆਏ ਦੇ ਹੋਰ ਵੀ ਕਈ ਸਾਧਨ ਸੀਗੇ, ਜਿਵੇਂ ਕਿ ਯੁੱਧ ਦੇ ਸਮੇਂ ਕੀਤੀ ਗਈ ਲੁੱਟਮਾਰ, प्रदेशों में गुजरने वाले माल या चुंगी कर, शालों घोड़ तथा शस्त्रों के व्यापार से आए अपराधियों से जुर्माना तथा मुकदमा चलाने वालों से शुक्राना भेंटें तथा नजराने आय वाली जो आय होती थी उनसे वो प्राप्त करते थे। उसके बाद न्याय प्रबंध। मिसलों का न्याय प्रबंध भी सीगा बहुत ही वधिया सीगा। उन्होंने पंचायत मिसलों ने अपने न्यायकाल ਦੇ ਵਿੱਚ ਸਭ ਤੋਂ ਛੋਟੀ ਪਰੰਤੂ ਇਕਾਈ ਗ੍ਰਾਮ ਪੰਚਾਇਤ ਸ਼ੁਰੂ ਕੀਤੀ। ਪ੍ਰਤੇਕ ਗਾਂਵ ਦੇ ਵਿੱਚ ਪੰਚਾਇਤ ਹੁੰਦੀ ਸੀਗੀ। ਗਾਂਵ ਦਾ ਪ੍ਰਤਿਸ਼ਠਿਤ ਵਿਅਕਤੀ ਹੀ ਉਸ ਦਾ ਸਦੱਸਯ ਹੁੰਦਾ ਸੀਗਾ। ਗਾਂਵ ਦੇ ਸਾਰੇ ਹੀ ਜਿਹੜੇ ਛੋਟੇ ਮੋਟੇ ਝਗੜੇ ਹੁੰਦੇ ਸੀਗੇ, ਜ਼ਮੀਨ ਦੇ, ਜਾਇਦਾਦ ਦੇ, ਹੋਰ ਵੀ ਜੋ ਸੀਗੇ ਨਿੱਜੀ ਜਿਹੜੇ ਝਗੜੇ ਹੁੰਦੇ ਸੀਗੇ, ਉਹਨਾਂ ਦਾ ਨਿਪਟਾਰਾ ਕੀਤਾ ਜਾਂਦਾ ਸੀਗਾ। ਠੀਕ ਹੈ, ਸਰਕਾਰ ਦੀ ਅਦਾਲਤ। प्रत्येक मिसल ਦਾ सरदार का अपना ही एक न्यायालय होता था जिसको दीवानी या फौजदारी मुकदमों का फैसला किया जाता था। दीवानी ਜਿਹੜੇ ਹੁੰਦੇ ਨੇ ਉਹ ਸਿਵਲ ਮੁਕੱਦਮੇ ਹੁੰਦੇ ਆ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡਾ ਨਿੱਜੀ ਮਾਮਲਾ ਹੈ, ਅਤੇ ਜਿਹੜੇ ਫੌਜਦਾਰੀ ਹੁੰਦੇ ਆ ਉਹ ਕ੍ਰਿਮੀਨਲ ਵਾਲੇ ਜਿਹੜੇ ਹੁੰਦੇ ਨੇ ਮੁਕੱਦਮੇ ਹੁੰਦੇ ਨੇ। ਠੀਕ ਹੈ, ਸੋ ਪੰਚਾਇਤ ਜਿਹੜੀ ਸੀਗੀ ਸਾਰਿਆਂ ਦੀ ਹੀ ਦਲੀਲਾਂ ਸੁਣਦੀ ਸੀਗੀ ਸਾਰਿਆਂ, ਤੇ ਅਪਰਾਧੀ ਨੂੰ ਮ੍ਰਿਤੂ ਦੰਡ ਦਿੱਤਾ ਜਾਂਦਾ ਸੀਗਾ। परंतु आमतौर पर न्याय करते समय सरदार अपराधियों के साथ दयालुता तथा उदारता का व्यवहार ਰੱਖਦੇ ਸੀਗੇ। ਸੋ ਗੁਰੂਮਤਾ ਇੱਕ ਕੇਂਦਰੀ ਅਦਾਲਤ ਸੀਗੀ। ਜਿਵੇਂ ਕਿ ਅਸੀਂ ਪਹਿਲੇ ਵੀ ਪੜ੍ਹਿਆ ਵਾ ਕਿ ਸਰਵੋੱਚ ਅਦਾਲਤ ਜਿਹੜੀ ਸਿੱਖਾਂ ਦੀ ਕੇਂਦਰੀ ਸੰਸਥਾ ਗੁਰੂਮਤਾ ਹੀ ਹੁੰਦੀ ਸੀਗੀ। ਇੱਥੇ ਹੀ ਸਰਦਾਰਾਂ ਦੇ ਪਰਸਪਰਿਕ ਝਗੜੇ ਵੀ ਸੁਲਝਾਏ ਜਾਂਦੇ ਸੀਗੇ, ਅਤੇ ਹਰ ਇੱਕ ਫੈਸਲੇ ਨੂੰ ਗੁਰੂ ਦਾ ਹੁਕਮ ਸਮਝਿਆ ਜਾਂਦਾ ਸੀਗਾ। ਠੀਕ ਹੈ, ਮਿਸਲ ਕਾਲ ਦੇ ਵਿੱਚ ਜਿਹੜਾ ਅਪਰਾਧੀਆਂ ਨੂੰ ਜੁਰਮਾਨਾ ਜ਼ਿਆਦਾਤਰ ਦਿੱਤਾ ਜਾਂਦਾ ਸੀਗਾ। ਠੀਕ ਹੈ, ਕਿ ਯਦੀ ਕੋਈ ਵੀ ਬਾਰ-ਬਾਰ ਅਪਰਾਧ ਕਰਦਾ ਵਾ ਅਤੇ ਉਹਦੇ ਸਰੀਰ ਦਾ ਕੋਈ ਅੰਗ, ਹੱਥ, ਕੰਨ, ਪੈਰ ਆਦਿ ਕੋਈ ਅੰਗ ਕੱਟ ਦਿੱਤਾ ਜਾਂਦਾ ਸੀਗਾ, ਅਤੇ ਕਈ ਵਾਰੀ ਉਹਨੂੰ ਅਪਰਾਧੀ ਨੂੰ ਕਾਲ ਕੋਠਰੀ ਅਥਵਾ ਤਹਿਖਾਨਿਆਂ ਦੇ ਵਿੱਚ ਵੀ ਬੰਦ ਕਰ ਦਿੱਤਾ ਜਾਂਦਾ ਸੀਗਾ। ਠੀਕ ਹੈ, ਮਿਸਲਾਂ ਦਾ ਸੈਨਿਕ ਪ੍ਰਬੰਧ। ਮਿਸਲਾਂ ਦਾ ਸੈਨਿਕ ਪ੍ਰਬੰਧ ਸੀਗਾ ਉਹ ਇਸ ਆਧਾਰ 'ਤੇ ਸੀਗਾ ਕਿ ਪੰਜਾਬ ਨੇ ਆਪਣੀ ਸੁਤੰਤਰ ਰਾਜ ਸਥਾਪਿਤ ਕਰ ਹੀ ਲਿਆ ਸੀ। ਮਤਲਬ ਕਿ ਇਹਦੀ ਸੈਨਿਕ ਸ਼ਕਤੀ ਬਹੁਤ ਹੀ ਜ਼ਿਆਦਾ ਮਜ਼ਬੂਤ ਸੀਗੀ। ਇਸ ਲਈ ਇਹਨਾਂ ਰਾਜ ਨੂੰ ਕਾਇਮ ਰੱਖਣ ਲਈ ਸੁਦ੍ਰਿੜ ਸੈਨਿਕ ਸੰਗਠਨ ਆਵਸ਼ਕ ਸੀਗਾ। ਘੁੜਸਵਾਰ ਸੈਨਾ। ਮਿਸਲ ਸੈਨਾ ਦਾ ਪ੍ਰਮੁੱਖ ਤਥਾ ਮਹੱਤਵਪੂਰਨ ਅੰਗ ਘੁੜਸਵਾਰ ਸੈਨਾ ਸੀ, ਕਿਉਂਕਿ ਉਸ ਸਮੇਂ ਪੈਦਲ ਸੈਨਾ ਦਾ ਇਤਨਾ ਜ਼ਿਆਦਾ ਮਹੱਤਵ ਨਹੀਂ ਸੀਗਾ, ਅਤੇ ਜੋ ਸਿੱਖ ਸੀਗੇ ਉਹਨਾਂ ਨੂੰ ਘੁੜਸਵਾਰੀ ਵੀ ਬਹੁਤ ਅੱਛੇ ਤਰੀਕੇ ਨਾਲ ਆਉਂਦੀ ਸੀਗੀ, ਅਤੇ ਉਹ ਘੋੜੇ ਦੇ ਵਿਰੁੱਧ ਯੁੱਧ ਕਰਨਾ ਆਪਣੀ ਸ਼ਾਨ ਦੇ ਵਿਰੁੱਧ ਸਮਝਦੇ ਸੀਗੇ। ਸੋ ਜਦੋਂ ਵੀ ਯੁੱਧ ਕਰਦੇ ਸੀਗੇ ਜਾਂ ਜਦੋਂ ਵੀ ਕਿਸੇ ਮਿਸਲ ਦੇ ਵਿੱਚ ਇੱਕ ਸੈਨਿਕ ਦੇ ਤੌਰ 'ਤੇ ਸ਼ਾਮਿਲ ਹੁੰਦੇ ਸੀਗੇ, ਸੋ ਉਹਨਾਂ ਨੂੰ ਇਹ ਇੰਪੋਰਟੈਂਟ ਹੁੰਦਾ ਸੀਗਾ, ਕੰਪਲਸਰੀ ਹੁੰਦਾ ਸੀਗਾ ਕਿ ਉਹਨਾਂ ਕੋਲ ਆਪਣਾ ਘੋੜਾ ਹੋਵੇ ਅਤੇ ਉਹ ਘੋੜੇ ਦੇ ਵਿੱਚ ਬਿਲਕੁਲ ਕੁਸ਼ਲ ਹੋਣ। ਮਿਸਲ ਕਾਲ ਦੇ ਵਿੱਚ ਜਿਹੜੀ ਪੈਦਲ ਸੈਨਾ ਸੀਗਾ ਉਹਨਾਂ ਦਾ ਕੋਈ ਵੀ ਇੰਨਾ ਮਤਲਬ ਖਾਸ
ਮਹੱਤਵ ਨਹੀਂ ਸੀਗਾ। ਜਿਵੇਂ ਕਿ ਅਸੀਂ ਪਹਿਲੇ ਵੀ ਪੜ੍ਹਿਆ ਵਾ ਕਿ ਜੋ ਖਾਲਸਾ ਸੈਨਿਕ ਸੀਗੇ ਉਹ ਘੁੜਸਵਾਰ ਮਤਲਬ ਕਿ ਪੈਦਲ ਸੈਨਾ ਨੂੰ ਸਮਝਣਾ ਜਾਂ ਪੈਦਲ ਸੈਨਾ ਦੇ ਵਿੱਚ ਯੁੱਧ ਕਰਨਾ ਆਪਣੀ ਸ਼ਾਨ ਦੇ ਵਿਰੁੱਧ ਸਮਝਦੇ ਸੀਗੇ। ਉਹ ਘੁੜਸਵਾਰ ਸੈਨਾ ਨੂੰ ਹੀ ਜ਼ਿਆਦਾ ਮਹੱਤਵ ਦਿੰਦੇ ਸੀਗੇ। ਠੀਕ ਹੈ। ਸੋ ਜਿਹੜੀ ਪੈਦਲ ਖਾਨਾਂ ਵਾਲੀ ਸੈਨਾ ਹੁੰਦੀ ਸੀ ਉਹ ਜ਼ਿਆਦਾਤਰ ਸੈਨਿਕ ਦੇ ਜਿਹੜੇ ਪਰਿਵਾਰ ਕਿਲਿਆਂ ਦੀ ਸੁਰੱਖਿਆ ਕਰਦੇ ਸੀ ਅਤੇ ਸਰਕਾਰੀ ਖਜ਼ਾਨੇ ਦੀ ਸੁਰੱਖਿਆ ਕਰਦੇ ਸੀ। ਤੋਪਖਾਨਾ, ਸਿੱਖ ਮਿਸਲਾਂ ਕੋਲ ਕੋਈ ਵਿਸ਼ੇਸ਼ ਤੋਪਖਾਨਾ ਨਹੀਂ ਸੀਗਾ। ਉਹਨਾਂ ਦੇ ਪਾਸ ਇੱਕ ਜੰਬੂਰਕ ਨਾਮ ਦੀ ਛੋਟੀ ਛੋਟੀ ਬੰਦੂਕਾਂ ਹੁੰਦੀ ਸੀਗੀਆਂ। ਕੋਈ ਮਤਲਬ ਉਹਨਾਂ ਕੋਲ ਕੋਈ ਭਾਰੀ ਤੋਪਖਾਨਾ ਨਹੀਂ ਹੁੰਦਾ ਸੀਗਾ। ਸੋ ਕਈ ਵਾਰੀ ਇਹੀ ਕਾਰਨਾਂ ਦੇ ਕਾਰਨ ਉਹਨਾਂ ਨੂੰ ਕਈ ਵਾਰੀ ਮਤਲਬ ਕਿ ਕਈ ਵਾਰੀ ਹਾਰ ਦਾ ਮੂੰਹ ਵੀ ਦੇਖਣਾ ਪਿਆ, ਪਰ ਫਿਰ ਵੀ ਉਹਨਾਂ ਨੇ ਆਪਣਾ ਜੋ ਹੈ ਸੰਘਰਸ਼ ਜਾਰੀ ਰੱਖਿਆ ਅਤੇ ਕਾਫੀ ਸਾਰੀ ਜਿੱਤਾਂ ਪ੍ਰਾਪਤ ਕੀਤੀਆਂ। ਸੋ ਸਿੱਖ ਮਤਲਬ ਕਿ ਮਿਸਲਾਂ ਦੇ ਵਿੱਚ ਕਿਵੇਂ ਭਰਤੀ ਹੁੰਦੀ ਸੀਗੀ, ਮਤਲਬ ਕਿ ਸਿੱਖ ਮਿਸਲ ਦੇ ਵਿੱਚ ਇੱਦਾਂ ਸੀਗਾ ਕਿ ਕੋਈ ਵੀ ਜੋ ਹੈ ਆਪਣੀ ਇੱਛਾ ਅਨੁਸਾਰ ਕਿਸੇ ਵੀ ਮਿਸਲ ਵਿੱਚ ਭਰਤੀ ਹੋ ਜਾਂਦਾ ਸੀਗਾ। ਕਿਸੇ ਨੂੰ ਵੀ ਭਰਤੀ ਲਈ ਮਤਲਬ ਵਿਵਸ਼ ਨਹੀਂ ਕੀਤਾ ਜਾਂਦਾ ਸੀਗਾ। ਸ਼ਾਰੀਰਿਕ ਬਲ ਹੋਣਾ ਚਾਹੀਦਾ ਸੀਗਾ, ਯੁੱਧ ਲੜਨ ਦੇ ਵਿੱਚ ਨਿਪੁੰਨਤਾ, ਅਤੇ ਇੱਕ ਸੈਨਿਕ ਸੀਗਾ ਕਿਸੇ ਇੱਕ ਮਿਸਲ ਨੂੰ ਛੱਡ ਕੇ ਦੂਸਰੀ ਮਿਸਲ ਵਿੱਚ ਸ਼ਾਮਿਲ ਹੋ ਸਕਦਾ ਸੀਗਾ। ਉਸ ਕੋਲ ਆਪਣਾ ਘੋੜਾ ਹੋਣਾ ਚਾਹੀਦਾ ਸੀਗਾ ਅਤੇ ਉਹਨੂੰ ਘੁੜਸਵਾਰੀ ਕਰਨੀ ਆਉਣੀ ਚਾਹੀਦੀ ਸੀਗੀ। ਸੋ ਜਦੋਂ ਕੋਈ ਵੀ ਲੜਾਈ ਹੁੰਦੀ ਸੀਗੀ ਤਾਂ ਲੁੱਟ ਮਾਰ ਕਰਕੇ ਕੋਈ ਵੀ ਜਿਹੜਾ ਭਾਗ ਸੀਗਾ ਉਹ ਆਪਸ ਦੇ ਵਿੱਚ ਸੈਨਿਕਾਂ ਨੂੰ ਇਨਾਮ ਦੇ ਤੌਰ 'ਤੇ ਦੇ ਦਿੱਤਾ ਜਾਂਦਾ ਸੀਗਾ। ਸੋ ਜੇਕਰ ਆਪਾਂ ਗੱਲ ਕਰਦੇ ਕਿ ਇਹ ਸਿੱਖ ਮਿਸਲਾਂ ਜਾਂ ਸਿੱਖ ਸੈਨਿਕਾਂ ਨੂੰ ਕਿਵੇਂ ਪ੍ਰਸ਼ਿਕਸ਼ਨ ਦਿੱਤਾ ਜਾਂਦਾ ਸੀਗਾ, ਇਹਨਾਂ ਦੀ ਟ੍ਰੇਨਿੰਗ ਕਿੱਦਾਂ ਹੁੰਦੀ ਸੀਗੀ। ਸੋ ਮਿਸਲਾਂ ਦੇ ਜਿਹੜੇ ਸੈਨਿਕ ਸੀਗਾ ਇਹਨਾਂ ਨੂੰ ਕੋਈ ਖਾਸ ਪ੍ਰਸ਼ਿਕਸ਼ਨ ਨਹੀਂ ਦਿੱਤਾ ਜਾਂਦਾ ਸੀਗਾ। ਇਹ ਮਿਸਲਾਂ ਜਿਹੜੀ ਸੀਗੀਆਂ ਸੈਨਾ ਨੂੰ ਇੱਕ ਕੰਪਨੀ ਤਥਾ ਸੈਕਸ਼ਨ ਦੇ ਵਿੱਚ ਵਿਭਾਜਿਤ ਨਹੀਂ ਕੀਤਾ ਜਾਂਦਾ ਸੀਗਾ। ਉਹ ਇਸੇ ਤਰੀਕੇ ਨਾਲ ਹੀ ਮਤਲਬ ਲੜਦੇ ਸੀਗੀਆਂ। ਮਤਲਬ ਕਿ ਇਹਨਾਂ ਦਾ ਸਭ ਤੋਂ ਵੱਡਾ ਗੁਣ ਇਹ ਸੀਗਾ ਕਿ ਸਿੱਖ ਧਰਮ ਦੇ ਖਾਤਰ ਲੜਦੀਆਂ ਪਈਆਂ ਨੇ। ਇਹ ਜੋ ਮਿਸਲਾਂ ਨੇ, ਇਹ ਜੋ ਸੈਨਿਕ ਨੇ ਆਪਣੇ ਧਰਮ ਦੇ ਖਾਤਰ ਲੜਦੇ ਪਏ ਨੇ, ਜਿਸ ਕਾਰਨ ਇਹ ਇੰਨੀ ਅਸਾਧਾਰਨ ਬਹਾਦਰੀ ਅਤੇ ਉਤਸ਼ਾਹ ਦੇ ਨਾਲ ਲੜਦੇ ਸੀਗੇ ਕਿ ਕਈਆਂ ਵਾਰੀ ਜੋ ਇਹਨਾਂ ਦੇ ਦੁਸ਼ਮਣ ਹੁੰਦੇ ਸੀਗੇ ਉਹ ਹੈਰਾਨ ਹੋ ਜਾਂਦੇ ਸੀਗੇ। ਕਈ ਵਾਰੀ ਆਪਾਂ ਹਿਸਟਰੀ ਵਿੱਚ ਪੜ੍ਹਦੇ ਹਾਂ ਕਿ ਜਦੋਂ ਅਸੀਂ ਪੜ੍ਹਾਂਗੇ ਐਂਗਲੋ ਸਿੱਖ ਦੇ ਵਿੱਚ ਵੀ ਜੋ ਸਿੱਖਾਂ ਨੇ ਆਪਣੀ ਐਂਗਲੋ ਸਿੱਖ ਪਹਿਲਾ ਅਤੇ ਐਂਗਲੋ ਸਿੱਖ ਦੂਜਾ ਜਦੋਂ ਯੁੱਧ ਲੜਦੇ ਨੇ ਉਹਦੇ ਵਿੱਚ ਵੀ ਅੰਗਰੇਜ਼ ਜੋ ਸੀਗੇ ਇਹਨਾਂ ਦੀ ਅਸਾਧਾਰਨ ਉਤਸ਼ਾਹ ਤੋਂ ਅਤੇ ਬਹਾਦਰੀ ਤੋਂ ਹੈਰਾਨ ਹੋ ਗਏ ਸੀਗੇ। ਜਦੋਂ ਉਹਨਾਂ ਨੇ ਮਤਲਬ ਪੰਜਾਬ ਨੂੰ ਜਿੱਤ ਵੀ ਲਿਆ ਸੀਗਾ ਫਿਰ ਵੀ ਉਹ ਸੋਚਦੇ ਸੀਗੇ ਕਿ ਅਸੀਂ ਪੰਜਾਬ ਦੇ ਉੱਤੇ ਆਪਣਾ ਅਧਿਕਾਰ ਕਰੀਏ ਵੀ ਜਾਂ ਨਾ ਕਰੀਏ। ਠੀਕ ਹੈ। ਸੋ ਇਹ ਗੱਲ ਆਪਾਂ ਡਿਟੇਲ ਵਿੱਚ ਪੜ੍ਹਾਂਗੇ ਐਂਗਲੋ ਵਾਲੇ ਚੈਪਟਰ ਦੇ ਵਿੱਚ। ਸੋ ਮੇਨ ਗੱਲ ਇਹ ਵਾ ਕਿ ਇਹਨਾਂ ਨੂੰ ਕੋਈ ਮਤਲਬ ਇੰਨਾ ਪ੍ਰਸ਼ਿਕਸ਼ਨ ਨਹੀਂ ਸੀ ਦਿੱਤਾ ਜਾਂਦਾ। ਇਹ ਆਪਣੀ ਧਰਮ ਦੇ ਖਾਤਰ ਲੜਦੇ ਸੀਗੇ। ਠੀਕ ਹੈ। ਸੋ ਆਪਣੇ ਧਰਮ ਦੇ ਖਾਤਰ ਹੀ ਇਹਨਾਂ ਦੇ ਵਿੱਚ ਇੰਨੀ ਅਸਾਧਾਰਨ ਸ਼ਕਤੀ ਸੀਗੀ, ਬਹਾਦਰੀ ਸੀਗਾ, ਉਤਸ਼ਾਹ ਸੀਗਾ, ਜਿਸ ਕਾਰਨ ਇਹਨਾਂ ਨੇ ਕਈ ਮਤਲਬ ਕਿ ਘੱਟ ਜੋ ਹੈ ਸ਼ਸਤਰ ਹੋਣ ਕਰਕੇ ਵੀ ਇਹਨਾਂ ਨੇ ਕਾਫੀ ਸਾਰੀ ਜਿਹੜੀ ਆ ਵਿਜੇ ਪ੍ਰਾਪਤ ਕੀਤੀਆਂ ਅਤੇ ਸ਼ਕਤੀਸ਼ਾਲੀ ਸ਼ਤਰੂਆਂ ਨੂੰ ਇਹਨਾਂ ਨੇ ਹਰਾ ਦਿੱਤਾ। ਸੋ ਇਹਨਾਂ ਕੋਲ ਸ਼ਸਤਰ ਕਿਹੜੇ ਹੁੰਦੇ ਸੀਗੇ? ਮਿਸਲ ਸੈਨਿਕਾਂ ਕੋਲ ਤਲਵਾਰ ਹੁੰਦੇ ਸੀਗੇ, ਭਾਲਾ, ਖੰਜਰ, ਤੀਰ ਕਮਾਨ, ਬਰਛੇ ਆਦਿ ਹੁੰਦੇ ਸੀਗੇ। ਠੀਕ ਹੈ। ਯੁੱਧ ਪ੍ਰਣਾਲੀ ਵੀ ਇਹਨਾਂ ਦੀ ਕਿਹੜੀ ਹੁੰਦੀ ਸੀਗੀ? ਮੇਨ ਇਹਨਾਂ ਦੀ ਯੁੱਧ ਪ੍ਰਣਾਲੀ ਗੁਰੀਲਾ ਯੁੱਧ ਪ੍ਰਣਾਲੀ ਹੀ ਹੁੰਦੀ ਸੀ, ਮਾਰੋ ਤੇ ਭਾਗੋ। ਬਸ ਇਹੀ ਇਹਨਾਂ ਦੀ ਮੇਨ ਪ੍ਰਣਾਲੀ ਸੀਗੀ, ਜਿਸ ਕਾਰਨ ਇਹਨਾਂ ਨੇ ਕਾਫੀ ਸਾਰੀ ਜਿੱਤਾਂ ਪ੍ਰਾਪਤ ਕੀਤੀਆਂ। ਠੀਕ ਹੈ। ਇਹ ਅਚਾਨਕ ਆਕਰਮਣ ਕਰ ਦਿੰਦੇ ਸੀਗੇ ਅਤੇ ਦੁਸ਼ਮਣਾਂ ਨੂੰ ਹਾਨੀ ਪਹੁੰਚਾ ਕੇ ਸਵੈਮ ਜੰਗਲਾਂ ਦੇ ਵਿੱਚ ਰਹਿਣ ਲੱਗ ਪੈਂਦੇ ਸੀਗੇ। ਸੋ ਇਹ ਸੀ ਇਹਨਾਂ ਦਾ ਸਾਰਾ ਸ਼ਾਸਨ ਪ੍ਰਬੰਧ। ਸੋ ਵੱਡਾ ਘੱਲੂਘਾਰਾ ਦੇ ਬਾਰੇ ਆਪਾਂ ਗੱਲ ਕਰਦੇ ਜੋ ਕਿ 5 ਫਰਵਰੀ 1762 ਈਸਵੀ ਦੇ ਵਿੱਚ ਹੋਇਆ। ਪਿੰਡ ਕੂਪ ਵਿੱਚ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਦੇ ਵਿਚਕਾਰ ਇਹਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਸੀਗੇ 25,000 ਤੋਂ 30,000 ਤੱਕ। ਠੀਕ ਹੈ। ਜੱਸਾ ਸਿੰਘ ਆਹਲੂਵਾਲੀਆ ਨੇ ਬਹਾਦਰੀ ਅਤੇ ਜੋਹਰ ਦਿਖਾਇਆ, ਕਿਉਂਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਦੇ ਵਿਚਕਾਰ ਜਦੋਂ ਝੜਪ ਹੋਈ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਬਹਾਦਰੀ ਦੇ ਨਾਲ ਸਿੱਖਾਂ ਨੂੰ ਘੇਰੇ ਦੇ ਵਿੱਚ ਰਹਿ ਰਿਹਾ ਸੀਗਾ, ਕਿਉਂਕਿ ਸਾਰੇ ਹੀ ਸਿੱਖ ਸੈਨਾ ਨੇ ਆਪਣੇ ਜਿਹੜੇ ਸੀਗੇ ਸ਼ਸਤਰ ਸੀਗੇ ਉਹ ਕਿਸੇ ਜਗ੍ਹਾ ਦੇ ਵਿੱਚ ਛੁਪਾ ਦਿੱਤੇ ਹੋਏ ਸੀਗੇ, ਜਿਸ ਕਾਰਨ ਇਹਨਾਂ ਕੋਲ ਸ਼ਸਤਰਾਂ ਦੀ ਹਾਨੀ ਕਰਕੇ ਕਾਫੀ ਸਾਰੇ ਜਿਹੜੇ ਸਿੱਖ ਸੈਨਿਕ ਸ਼ਹੀਦ ਹੋ ਚੁੱਕੇ ਸੀਗੇ। ਠੀਕ ਹੈ। ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਢੇਰੀ ਕੀਤਾ। ਠੀਕ ਹੈ। ਸੋ ਇਹ ਸੀ ਸਾਰਾ ਚੈਪਟਰ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਛੇ ਤਰੀਕੇ ਨਾਲ ਸਮਝ ਲੱਗ ਗਿਆ ਹੋਵੇਗਾ। ਸੋ
ਅਗਰ ਕੋਈ ਕੁਐਸਚਨ ਹੈ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛੋ। ਐਂਡ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਜ਼ਰੂਰ ਕਰਿਓ ਐਂਡ ਅਦਰ ਫਰੈਂਡਸ ਦੇ ਨਾਲ, ਆਪਣੇ ਸਟੂਡੈਂਟਸ ਦੇ ਨਾਲ ਜ਼ਰੂਰ ਸ਼ੇਅਰ ਕਰਿਓ। ਸੋ ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰ ਐਂਡ thank you so much and bye bye and take care।